ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਗੁਰੂ ਅਰਜਨ ਦੇਵ ਜੀ ਵਾਲਾ ਟੌਪਿਕ ਕਰਨ ਵਾਲੇ ਹਾਂ। ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ। ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ। ਉਹਨਾਂ ਦਾ ਵਿਅਕਤੀਤਵ ਇੰਨਾ ਮਹਾਨ ਸੀ ਕਿ ਉਹ ਸਿੱਖ ਧਰਮ ਲਈ ਨਵੀਆਂ ਪਰੰਪਰਾਵਾਂ, ਨਵੀਂ ਰੂਪ ਛੱਡ ਕੇ ਗਏ ਔਰ ਉਹਨਾਂ ਨੇ ਹੀ ਸ਼ਹੀਦੀ ਦਾ ਪਹਿਲਾ ਜਾਮ ਪੀਤਾ। ਸ਼ਹੀਦੀ ਧਰਮ ਦੇ ਲਈ ਦੇਣਾ ਉਹਨਾਂ ਨੇ ਹੀ ਸ਼ੁਰੂ ਕੀਤਾ ਸੀ, ਯਾਨੀ ਕਿ ਸ਼ਹੀਦੀ ਦੀ ਪਰੰਪਰਾ ਉਹਨਾਂ ਦੁਆਰਾ ਹੀ ਸ਼ੁਰੂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀਆਂ ਅੱਗੇ ਪ੍ਰਾਪਤੀਆਂ, ਉਹਨਾਂ ਦੁਆਰਾ ਕੀਤੇ ਗਏ ਕੰਮਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ 25 ਸਾਲ ਤੱਕ ਗੁਰਗੱਦੀ 'ਤੇ ਰਹੇ। ਇਸ ਕਾਲ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖ ਧਰਮ ਵਿੱਚ ਲਿਆਂਦੀਆਂ, ਜਿਸ ਨੇ ਸਿੱਖ ਧਰਮ ਨੂੰ ਅੱਗੇ ਨਵੀਂ ਰੂਹ ਦਿੱਤੀ। ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿੱਚ ਇੱਕ ਸੋਢੀ ਖੱਤਰੀ ਖਾਨਦਾਨ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਚੌਥੇ ਪਾਤਸ਼ਾਹੀ ਅਤੇ ਮਾਂ ਦਾ ਨਾਮ ਬੀਬੀ ਭਾਨੀ ਸੀ। ਉਹਨਾਂ ਦੇ 3 ਭਰਾ ਸਨ। ਪ੍ਰਿਥੀ ਚੰਦ, ਜਿਸ ਨੂੰ ਪ੍ਰਿਥੀਆ ਵੀ ਕਿਹਾ ਜਾਂਦਾ ਆ, ਮਹਾਦੇਵ ਅਤੇ ਉਹ ਆਪ, ਯਾਨੀ ਕਿ 3 ਭਰਾ ਸਨ। ਜਦੋਂ ਉਹ ਛੋਟੇ ਹੀ ਸਨ ਤਾਂ ਇੱਕ ਦਿਨ ਉਹ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੇ ਕਮਰੇ ਵਿੱਚ ਚਲੇ ਗਏ। ਗੁਰੂ ਸਾਹਿਬ ਉਸ ਵੇਲੇ ਆਰਾਮ ਕਰ ਰਹੇ ਸੀ। ਬੀਬੀ ਭਾਨੀ ਇਹ ਸੋਚ ਕੇ ਕਿ ਕਿਤੇ ਬੱਚਾ ਆਪਣੇ ਨਾਨਾ ਜੀ ਦੇ ਆਰਾਮ ਵਿੱਚ ਵਿਘਨ ਨਾ ਪਾ ਦੇਵੇ, ਭੱਜ ਕੇ ਕਮਰੇ ਵਿੱਚ ਬੱਚੇ ਨੂੰ ਚੁੱਕਣ ਲਈ ਗਏ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਬੱਚੇ ਨੂੰ ਇੱਥੇ ਹੀ ਰਹਿਣ ਦਿਓ, ਇੱਕ ਦਿਨ ਇਹ ਮੇਰਾ ਦੋਹਤਾ ਬਾਣੀ ਦਾ ਬਹੁਤਾ ਬਣੇਗਾ। ਦੋਹਤਾ ਬਾਣੀ ਦਾ ਬਹੁਤਾ, ਜਿਸ ਤਰ੍ਹਾਂ ਕਿ ਅੱਗੇ ਜਾ ਕੇ ਇਹ ਚੀਜ਼ ਜ਼ਾਹਰ ਹੋਈ ਕਿ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਵਾਈ ਔਰ ਇਸੇ ਤਰ੍ਹਾਂ ਉਹ ਬਾਣੀ ਦੇ ਬਹੁਤੇ ਬਣੇ, ਯਾਨੀ ਕਿ ਬਾਣੀ ਦਾ ਭਵ ਸਾਗਰ ਉਹਨਾਂ ਨੇ ਪਾਰ ਕੀਤਾ ਅਤੇ ਉਸ ਭਵ ਸਾਗਰ ਨੂੰ ਪਾਰ ਕਰਵਾਉਣ ਵਾਲੀ ਕਿਸ਼ਤੀ ਬਣੇ। ਗੁਰੂ ਸਾਹਿਬ ਇਹ ਸ਼ਬਦ ਅਖੀਰ ਵਿੱਚ ਸੱਚੀ ਭਵਿੱਖਬਾਣੀ ਵੀ ਸਿੱਧ ਹੋਈ, ਜਿਸ ਤਰ੍ਹਾਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਗੁਰਮੁਖੀ ਲਿਪੀ, ਫਾਰਸੀ, ਹਿੰਦੀ, ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕੀਤਾ। ਉਹਨਾਂ ਨੇ ਆਪਣੇ ਬਚਪਨ ਦੇ 11 ਸਾਲ ਗੋਇੰਦਵਾਲ ਵਿੱਚ ਬਿਤਾਏ ਅਤੇ ਬਾਅਦ ਵਿੱਚ ਰਾਮਦਾਸਪੁਰਾ ਯਾਨੀ ਕਿ ਅੰਮ੍ਰਿਤਸਰ ਚਲੇ ਆਏ, ਜਿੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਮ ਦੇ ਸਰੋਵਰਾਂ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਸੀਗਾ। ਇੱਥੇ ਉਹਨਾਂ ਨੇ ਕਾਫੀ ਯੋਗਦਾਨ ਪਾਇਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਜਵਾਨੀ ਵਿੱਚ ਹੀ ਕਰ ਦਿੱਤਾ ਗਿਆ ਸੀਗਾ। ਉਹ ਪਹਿਲਾਂ ਉਹਨਾਂ ਦਾ ਵਿਆਹ ਫਿਲੌਰ ਤਹਿਸੀਲ ਦੇ ਇੱਕ ਪਿੰਡ ਮਿਊਂ ਦੇ ਕਿਸਾਨ ਮਿਊਂ ਦੇ ਕਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਨਾਲ ਹੋਇਆ ਅਤੇ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਮ ਹਰਗੋਬਿੰਦ ਰੱਖਿਆ ਗਿਆ, ਜੋ ਕਿ 6ਵੇਂ ਪਾਤਸ਼ਾਹੀ ਬਣੇ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਨੂੰ ਆਪਣੇ ਉੱਤਰਾਧਿਕਾਰੀ ਗੁਰੂ ਰਾਮਦਾਸ ਦੇ ਪਰਿਵਾਰ ਵਿੱਚ ਜੱਦੀ ਬਣਾ ਦਿੱਤਾ ਸੀਗਾ, ਜੋ ਮੈਂ ਪਿਛਲੇ ਲੈਕਚਰ ਵਿੱਚ ਤੁਹਾਨੂੰ ਦੱਸਿਆ ਸੀ। ਇਸ ਕਰਕੇ ਗੁਰੂ ਰਾਮਦਾਸ ਜੀ ਦੇ ਬਾਅਦ ਉਹਨਾਂ ਦੇ 3 ਪੁੱਤਰ ਯਾਨੀ ਕਿ ਪ੍ਰਿਥੀਆ, ਮਹਾਦੇਵ, ਅਰਜਨ ਦੇਵ, ਇਹਨਾਂ ਵਿੱਚੋਂ ਕਿਸੇ ਇੱਕ ਨੂੰ ਗੁਰਗੱਦੀ ਪ੍ਰਾਪਤ ਹੋਣੀ ਸੀ। ਮਹਾਦੇਵ ਵਿਰਾਗੀ ਸੁਭਾਅ ਦਾ ਸੀ, ਇਸ ਕਰਕੇ ਉਸਦਾ ਇਸ 'ਤੇ ਨਿਯੁਕਤ ਹੋਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਸੀ। ਪ੍ਰਿਥੀਆ ਝੂਠਾ, ਕਪਟੀ ਅਤੇ ਧੋਖੇਬਾਜ਼ ਸੀ। ਉਸਨੇ ਕਈ ਵਾਰ ਗੁਰੂ ਰਾਮਦਾਸ ਜੀ ਦੀ ਆਗਿਆ ਦਾ ਉਲੰਘਣ ਵੀ ਕੀਤਾ ਸੀ। ਅੰਤ ਵਿੱਚ ਗੁਰੂ ਰਾਮਦਾਸ ਜੀ ਦੇ ਚਚੇਰੇ ਭਰਾ ਸਹਾਰੀ ਮਲ ਦੇ ਪੁੱਤਰ ਦਾ
ਗੁਰੂ ਪ੍ਰਿਥੀਆ ਕਿਸ ਤਰ੍ਹਾਂ ਝੂਠਾ ਸੀ, ਜਿਸ ਤਰ੍ਹਾਂ ਕਿ ਮੈਂ ਦੱਸ ਰਹੀ ਸੀਗੀ ਕਿ 1580 ਵਿੱਚ ਗੁਰੂ ਰਾਮਦਾਸ ਜੀ ਦੇ ਚਚੇਰੇ ਭਰਾ ਸਹਾਰੀ ਮਲ ਦੇ ਪੁੱਤਰ ਦਾ ਲਾਹੌਰ ਵਿੱਚ ਵਿਆਹ ਸੀ। ਉਹ ਆਪ ਸੱਦਾ ਦੇਣ ਲਈ ਗੁਰੂ ਜੀ ਕੋਲ ਆਇਆ ਸੀ, ਪਰ ਗੁਰੂ ਘਰ ਦੇ ਕੁਝ ਕੰਮਾਂ ਕਰਕੇ ਗੁਰੂ ਜੀ ਵਿਆਹ ਵਿੱਚ ਸ਼ਾਮਿਲ ਨਾ ਹੋ ਪਾਏ। ਇਸ ਕਰਕੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਪ੍ਰਿਥੀਏ ਨੂੰ ਵਿਆਹ ਵਿੱਚ ਜਾਣ ਲਈ ਕਿਹਾ, ਪਰ ਉਸਨੇ ਇਨਕਾਰ ਕਰ ਦਿੱਤਾ। ਇਸ ਦੇ ਦੋ ਕਾਰਨ ਸਨ। ਇੱਕ ਤਾਂ ਉਹ ਇਹ ਕਿ ਉਹ ਉਨੀ ਦਿਨ ਸਿੱਖਾਂ ਵੱਲੋਂ ਆਉਣ ਵਾਲੀ ਭੇਟਾ ਅਤੇ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਸੀ। ਇਸ ਕੰਮ ਵਿੱਚ ਹੇਰਾਫੇਰੀ ਕਰਦਾ ਸੀ। ਉਹ ਇਸ ਕੰਮ ਨੂੰ ਛੱਡ ਕੇ ਕਿਤੇ ਵੀ ਜਾਣਾ ਨਹੀਂ ਚਾਹੁੰਦਾ ਸੀ। ਦੂਸਰਾ, ਉਹ ਇਹ ਮਹਿਸੂਸ ਕਰਦਾ ਕਿ ਹੁਣ ਗੁਰੂ ਦਾ ਉੱਤਰਾਧਿਕਾਰੀ ਨਿਯੁਕਤ ਕਰਨ ਦਾ ਸਮਾਂ ਆ ਗਿਆ ਹੈ, ਇਸ ਲਈ ਉਹ ਗੁਰੂ ਸਾਹਿਬ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਸੀ। ਦੂਸਰੇ ਪਾਸੇ ਗੁਰੂ ਸਾਹਿਬ ਦੇ ਕਹਿਣ 'ਤੇ ਅਰਜਨ ਦੇਵ ਜੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਚਲੇ ਗਏ। ਉਹ ਕੁਝ ਦੇਰ ਤੱਕ ਤਾਂ ਉੱਥੇ ਰਹੇ, ਸਿੱਖ ਮਤ ਦਾ ਪ੍ਰਚਾਰ ਕਰਦੇ ਰਹੇ। ਉਹ ਇਸ ਗੱਲ ਦੀ ਵੀ ਉਡੀਕ ਕਰਦੇ ਰਹੇ ਕਿ ਪਿਤਾ ਜੀ ਵੱਲੋਂ ਸੁਨੇਹਾ ਆਏਗਾ ਤਾਂ ਹੀ ਉਹ ਵਾਪਸ ਜਾਣਗੇ। ਇਸ ਸਮੇਂ ਦੌਰਾਨ ਉਹਨਾਂ ਨੇ 2 ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ, ਬਟ ਇਹ ਚਿੱਠੀਆਂ ਪ੍ਰਿਥੀਏ ਨੇ ਗੁਰੂ ਜੀ ਤੱਕ ਨਾ ਪਹੁੰਚਣ ਦਿੱਤੀਆਂ। ਪਰ ਇੱਕ ਆਦਮੀ ਹੱਥ ਭੇਜੀ ਤੀਸਰੀ ਚਿੱਠੀ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚ ਗਈ। ਇਸ ਚਿੱਠੀ ਵਿੱਚ ਪਹਿਲਾਂ ਦੀਆਂ 2 ਚਿੱਠੀਆਂ ਦਾ ਵੀ ਜ਼ਿਕਰ ਸੀਗਾ। ਪ੍ਰਿਥੀਏ ਨੇ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਸਨ ਜਿਹੜੀਆਂ। ਇਸ 'ਤੇ ਗੁਰੂ ਸਾਹਿਬ ਜੀ ਨੇ ਪ੍ਰਿਥੀਏ ਨਾਲ ਬਹੁਤ ਨਾਰਾਜ਼ ਹੋ ਗਏ। ਉਹਨਾਂ ਨੇ ਫਟਾਫਟ ਭਾਈ ਬੁੱਢਾ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਵਾਪਸ ਲੈ ਆਉਣ ਲਈ ਭੇਜਿਆ। ਸ਼੍ਰੀ ਅਰਜਨ ਦੇਵ ਜੀ ਦੇ ਮੁੜਨ 'ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਨਾਲ ਅਗਨੀ ਪ੍ਰੀਖਿਆ ਵਿੱਚ ਸਫਲਤਾਪੂਰਵਕ ਨਿਕਲ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਪ੍ਰਾਪਤ ਹੋ ਗਈ। ਪਰ ਦੂਸਰੇ ਪਾਸੇ ਪ੍ਰਿਥੀਆ ਇਸ ਚੀਜ਼ ਤੋਂ ਬਹੁਤ ਸੜ ਭੁੱਜ ਗਿਆ। ਉਹ ਗੁਰੂ ਦੀ ਆਗਿਆ ਤੋਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸਨੇ ਗੁਰਗੱਦੀ ਲਈ ਆਪਣੇ ਹੱਕ 'ਤੇ ਉਹਨੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਰਾਮਦਾਸ ਜੀ ਨੇ ਨਿਰਾਸ਼ ਹੋ ਕੇ ਗੋਇੰਦਵਾਲ ਚਲੇ ਗਏ ਅਤੇ 1581 ਵਿੱਚ ਉਹਨਾਂ ਦਾ ਸਵਰਗਵਾਸ ਹੋ ਗਿਆ। ਗੁਰੂ ਅਰਜਨ ਦੇਵ ਜੀ ਦੇ 25 ਸਾਲ ਦੇ ਗੁਰੂ ਕਾਲ 1581 ਤੋਂ ਲੈ ਕੇ 1606 ਤੱਕ ਸਿੱਖ ਧਰਮ ਦਾ ਬਹੁਤ ਵਿਕਾਸ ਹੋਇਆ। ਸੰਗਠਨ ਦੀ ਦ੍ਰਿਸ਼ਟੀ ਤੋਂ ਸਿੱਖ ਪੰਥ ਨੂੰ ਮਹੱਤਵਪੂਰਨ ਉਹਨਾਂ ਦੀ ਦੇਣ ਸੀਗੀ। ਉਹਨਾਂ ਨੇ ਅੰਮ੍ਰਿਤਸਰ, ਸੰਤੋਖਸਰ ਦਾ ਕੰਮ ਪੂਰਾ ਕਰਵਾਇਆ। ਹਰਿਮੰਦਰ ਸਾਹਿਬ ਦੀ ਸਥਾਪਨਾ ਕਰਵਾਈ, ਜੋ ਕਿ ਸਿੱਖਾਂ ਲਈ ਇੱਕ ਪਵਿੱਤਰ ਧਾਰਮਿਕ ਤੀਰਥ ਅਸਥਾਨ ਬਣਿਆ। ਉਹਨਾਂ ਦੇ ਯਤਨਾਂ ਨਾਲ ਹੀ ਸਿੱਖਾਂ ਦੇ ਪਵਿੱਤਰ ਆਦਿ ਗ੍ਰੰਥ ਦਾ ਸੰਕਲਨ ਹੋਇਆ। ਔਰ ਇਸ ਤੋਂ ਇਲਾਵਾ ਉਹਨਾਂ ਨੇ ਜੋ ਬਲੀਦਾਨ ਦਿੱਤਾ, ਉਹ ਪਰੰਪਰਾ ਸਿੱਖ ਇਤਿਹਾਸ ਵਿੱਚ ਹਮੇਸ਼ਾ ਹੀ ਯਾਦ ਕੀਤੀ ਜਾਂਦੀ ਹੈ। ਉਹਨਾਂ ਨੂੰ ਆਪਣੀ ਗੁਰਗੱਦੀ 'ਤੇ ਬੈਠਦਿਆਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚੋਂ ਪਹਿਲੀ ਤਾਂ ਸਮੱਸਿਆ ਸੀ ਪ੍ਰਿਥੀਏ ਦਾ ਵਿਰੋਧ। ਪ੍ਰਿਥੀਏ ਦੀ ਕਹਾਣੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਪ੍ਰਿਥੀਆ ਕਪਟੀ ਸੀਗਾ, ਧੋਖੇਬਾਜ਼ ਸੀਗਾ ਔਰ ਗੁਰੂ ਜੀ ਦੀ ਆਗਿਆ ਦਾ ਪਾਲਣ ਨਹੀਂ ਸੀ ਕਰਦਾ, ਜਿਸ ਕਾਰਨ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਗੱਦੀ ਨਾ ਦਿੱਤੀ ਔਰ ਬਾਅਦ ਵਿੱਚ ਉਹਨਾਂ ਨੇ ਮੀਣਾ ਸੰਪਰਦਾਇ ਸ਼ੁਰੂ ਕਰ ਦਿੱਤਾ। ਦੂਸਰਾ ਸੀਗਾ ਚੰਦੂ ਸ਼ਾਹ ਦਾ ਵਿਰੋਧ। ਚੰਦੂ ਸ਼ਾਹ ਲਾਹੌਰ ਪ੍ਰਾਂਤ ਦਾ ਦੀਵਾਨ ਸੀ। ਇੱਕ ਵਾਰ ਜਦੋਂ ਇੱਕ ਪੰਡਤ ਨੇ ਉਸ ਦੀ ਪੁੱਤਰੀ ਅਤੇ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਦੀ ਗੱਲ ਰੱਖੀ ਤਾਂ ਗੁਰੂ ਅਰਜਨ ਦੇਵ ਜੀ ਵੱਲੋਂ ਉਸ ਨੂੰ ਠੁਕਰਾ ਦਿੱਤਾ ਗਿਆ। ਇਸ 'ਤੇ ਉਸ ਨੂੰ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਹੋਈ ਅਤੇ ਉਹ ਵੀ ਗੁਰੂ ਜੀ ਤੋਂ ਨਫ਼ਰਤ ਕਰਦਾ ਸੀ। ਇਸ ਤੋਂ ਇਲਾਵਾ ਬ੍ਰਾਹਮਣ ਅਤੇ ਉੱਚ ਜਾਤੀ ਦੇ ਹਿੰਦੂ, ਜੋ ਕਿ ਉਸ ਵੇਲੇ ਅਵਤਾਰਵਾਦ, ਪੁਰੋਹਿਤਵਾਦ, ਮੂਰਤੀ ਪੂਜਾ, ਜਾਤੀ ਪ੍ਰਥਾ, ਇਹਨਾਂ ਧਰਮਾਂ ਦੇ ਵਿੱਚ ਪਿੜੇ ਹੋਏ ਸਨ, ਉਹ ਵੀ ਬਹੁਤ ਨਫ਼ਰਤ ਕਰਦੇ ਸਨ। ਨਕਸ਼ਬੰਦੀ ਕੱਟੜਪੰਥੀ ਮੁਸਲਮਾਨ ਸਨ, ਜੋ ਕਿ ਗੁਰੂ ਜੀ ਦੀ ਲੋਕਪ੍ਰਿਯਤਾ ਨੂੰ ਦੇਖ ਕੇ ਬਹੁਤ ਸੜ ਭੁੱਜ ਰਹੇ ਸਨ, ਬਹੁਤ ਨਫ਼ਰਤ ਕਰਦੇ ਸਨ। ਇੰਨੀਆਂ ਪ੍ਰੋਬਲਮਸ, ਇੰਨੀਆਂ ਮੁਸ਼ਕਿਲਾਂ ਦੇ ਹੁੰਦਿਆਂ ਹੋਇਆਂ ਉਹਨਾਂ ਨੇ ਸਿੱਖ ਧਰਮ ਦੇ ਲਈ ਬਹੁਤ ਸਾਰਾ ਉਹਨਾਂ ਨੇ ਯੋਗਦਾਨ ਦਿੱਤਾ। ਉਹਨਾਂ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਦੁਖੀਆਂ, ਗਰੀਬਾਂ ਅਤੇ
ਜੋ ਬਿਮਾਰ ਸਨ ਉਹਨਾਂ ਦੀਆਂ ਸੇਵਾ ਕੀਤੀ, ਉਹਨਾਂ ਦਾ ਦੇਖਭਾਲ ਕੀਤੀ। ਗੁਰੂ ਅਰਜਨ ਦੇਵ ਜੀ ਦੇ ਵੇਲੇ ਪ੍ਰਿਥੀਏ ਤੋਂ ਇਲਾਵਾ ਕਈ ਹੋਰ ਸੰਤਾਂ ਨੇ ਵੀ ਗੁਰਬਾਣੀ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ। ਇਸ ਨਾਲ ਸਿੱਖ ਧਰਮ ਨਾਲ ਮੇਲ ਖਾਣ ਵਾਲੇ ਨਵੇਂ ਵਿਚਾਰਾਂ ਦਾ, ਇਸ ਤਰ੍ਹਾਂ ਦਾ ਕੁਛ ਨਵੇਂ ਵਿਚਾਰ ਜੋ ਕਿ ਸਿੱਖ ਧਰਮ ਨਾਲ ਮੇਲ ਖਾਂਦੇ ਸਨ, ਉਹਨਾਂ ਦਾ ਰਲਵਾਂ ਹੋ ਸਕਦਾ ਸਿੱਖ ਧਰਮ ਦੇ ਵਿੱਚ, ਇਸ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਚੀਜ਼ ਨੂੰ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਅਤੇ ਗੁਰੂਆਂ ਦੀ ਬਾਣੀ ਨੂੰ ਸਹੀ ਰੂਪ ਵਿੱਚ ਲੋਕਾਂ ਦੇ ਲਈ ਸੰਕਲਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਲੋਕਾਂ ਦੇ ਸਾਹਮਣੇ ਗੁਰੂ ਜੀ ਦੇ ਪ੍ਰਮਾਣਿਤ ਉਪਦੇਸ਼ ਹੀ ਪਹੁੰਚ ਸਕਣ। ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਗੁਰੂਆਂ ਅਤੇ ਉਹਨਾਂ ਦੇ ਸੰਤਾਂ ਦੀ ਬਾਣੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਸਨ। ਉਹਨਾਂ ਨੇ ਖੁਦ ਗੋਇੰਦਵਾਲ ਜਾ ਕੇ ਬਾਬਾ ਮੋਹਨ, ਗੁਰੂ ਅਮਰਦਾਸ ਜੀ ਦੇ ਸਪੁੱਤਰ ਤੋਂ ਪਿਛਲੇ 4 ਗੁਰੂਆਂ ਦੀ ਬਾਣੀ ਬੜੀ ਹੀ ਮਿਹਨਤ ਤਰਲੇ ਨਾਲ ਪ੍ਰਾਪਤ ਕੀਤੀ ਸੀ। ਸਾਰੀ ਸਮੱਗਰੀ ਇਕੱਠੀ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਰਾਮਸਰ ਦੇ ਕਿਨਾਰੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਵਾਉਣੀ ਸ਼ੁਰੂ ਕਰ ਦਿੱਤੀ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਾਣੀ ਦੇ ਸੰਕਲਨ ਦਾ ਕੰਮ 1604 ਈਸਵੀ ਨੂੰ ਪੂਰਾ ਹੋਇਆ। ਬਾਅਦ ਵਿੱਚ ਇਸ ਪੁਸਤਕ ਨੂੰ ਆਦਿ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗਾ। ਇਸ ਵਿਸ਼ਾਲ ਗ੍ਰੰਥ ਵਿੱਚ ਲਗਭਗ 6000 ਸ਼ਬਦ ਹਨ, ਜੋ ਕਿ ਕੁੱਲ 1430 ਪੰਨੇ ਵਿੱਚ ਲਿਖੇ ਹੋਏ ਹਨ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ 974, ਗੁਰੂ ਅੰਗਦ ਦੇਵ ਜੀ ਦੇ 61, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਸ਼ਲੋਕ ਸੰਕਲਿਤ ਹਨ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ 2218 ਸ਼ਲੋਕ ਇਸ ਵਿੱਚ ਆਪਣੇ ਜੋੜੇ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਦੇ ਕਾਲ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਅਤੇ ਸ਼ਬਦ ਅਤੇ 16 ਸ਼ਲੋਕ ਹੋਰ ਜੋੜੇ ਗਏ। ਇਸ ਤੋਂ ਇਲਾਵਾ 16 ਹੋਰ ਸੰਤਾਂ ਦੀ ਬਾਣੀ ਵੀ ਦਰਜ ਹੈ, ਜੋ ਕਿ ਕਬੀਰ, ਰਵਿਦਾਸ, ਧੰਨਾ, ਨਾਮਦੇਵ, ਫਰੀਦ, ਜੈਦੇਵ, ਸੂਰਦਾਸ, ਇਹਨਾਂ ਸਾਰੇ ਨਾਮ ਕਾਫੀ ਮਸ਼ਹੂਰ ਹਨ ਉਸ ਟਾਈਮ ਦੇ। ਆਦਿ ਗ੍ਰੰਥ ਦੀ ਭਾਸ਼ਾ 15ਵੀਂ 16ਵੀਂ ਸ਼ਤਾਬਦੀ ਦੀ ਪੰਜਾਬੀ ਭਾਸ਼ਾ ਹੈ, ਪਰ ਇਸ ਵਿੱਚ ਹਿੰਦੀ, ਫਾਰਸੀ, ਗੁਜਰਾਤੀ, ਮਰਾਠੀ, ਸੰਸਕ੍ਰਿਤ ਦੇ ਸ਼ਬਦ ਦਾ ਰਲੇਵਾਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਾ ਸੰਕਲਨ ਗੁਰੂ ਜਾਂ ਸੰਤਾਂ ਦੇ ਅਨੁਸਾਰ ਨਹੀਂ, ਸਗੋਂ 31 ਰਾਗ ਰਾਗਣੀਆਂ ਦੇ ਹਿਸਾਬ ਨਾਲ ਕੀਤਾ ਗਿਆ ਹੈ। ਹਰ ਰਾਗ ਦਾ ਆਰੰਭ ਈਸ਼ਵਰ ਦੀ ਉਸਤਤੀ ਤੋਂ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਦਿੱਤਾ ਗਿਆ ਹੈ, ਮਗਰੋਂ ਕ੍ਰਮਵਾਰ ਦੂਜੇ, ਤੀਜੇ, ਚੌਥੇ, ਪੰਜਵੇਂ, 9ਵੇਂ ਗੁਰੂ ਦੇ ਸ਼ਬਦ ਲਿਖੇ ਹੋਏ ਹਨ। ਸਭ ਸ਼ਬਦਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਹੀ ਕੀਤੀ ਗਈ ਹੈ, ਪਰੰਤੂ ਪਹਿਲੇ, ਦੂਜੇ ਅਤੇ ਹੋਰ ਗੁਰੂਆਂ ਦੇ ਸ਼ਬਦਾਂ ਦੀ ਰਚਨਾ ਨੂੰ ਸਪਸ਼ਟ ਕਰਨ ਦੇ ਲਈ ਕ੍ਰਮਵਾਰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਆਦਿ ਲਿਖ ਦਿੱਤਾ ਗਿਆ ਹੈ। ਇਹਨਾਂ ਰਾਗਾਂ ਦੇ ਬਾਅਦ ਸਵਈਏ ਗੁਰੂ ਜੀ ਦੀ ਉਸਤਤੀ ਵਿੱਚ ਕੀਤੀਆਂ ਗਈਆਂ ਰਚਨਾਵਾਂ, ਗੁਰੂ ਜੀ ਦੇ ਭਗਤਾਂ, ਉਹਨਾਂ ਦੇ ਸ਼ਲੋਕ ਜਿਹੜੇ ਕਿ ਕਿਸੇ ਭਾਗ ਵਿੱਚ ਨਹੀਂ ਦਿੱਤੇ ਗਏ ਸਨ, ਉਹਨਾਂ ਨੂੰ ਵੀ ਦਰਜ ਕੀਤਾ ਗਿਆ। ਆਦਿ ਗ੍ਰੰਥ ਦੀ ਗੁਰਬਾਣੀ ਮੁੰਦਾਵਣੀ ਦੇ 2 ਸ਼ਲੋਕਾਂ ਨਾਲ ਸਮਾਪਤ ਹੁੰਦੀ ਹੈ, ਰਾਗਮਾਲਾ। ਇਹਨਾਂ ਵਿੱਚ ਬਹੁਤੇ ਸ਼ਲੋਕ ਪ੍ਰਭੂ ਦੀ ਉਸਤਤੀ ਵਿੱਚ ਕਹੇ ਗਏ ਹਨ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਮਹਾਨ ਗ੍ਰੰਥ ਵਿੱਚ ਕਿਸੇ ਗੁਰੂ ਦੀ ਜੀਵਨੀ ਨਹੀਂ ਦਿੱਤੀ ਗਈ ਹੈ, ਨਾ ਹੀ ਇਸ ਵਿੱਚ ਜਾਇਦਾਦ ਅਤੇ ਵਿਆਹ ਸੰਬੰਧੀ ਕਾਨੂੰਨ ਦਿੱਤੇ ਗਏ। ਇਸ ਦੀ ਰਚਨਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਸਭ ਤੋਂ ਉੱਤਮ ਕੰਮ ਕੀਤਾ। ਹਿੰਦੂਆਂ ਦੇ ਵੇਦਾਂ, ਮੁਸਲਮਾਨਾਂ ਦੇ ਕੁਰਾਨ, ਈਸਾਈਆਂ ਦੇ ਬਾਈਬਲ ਦੀ ਤਰ੍ਹਾਂ ਸਿੱਖਾਂ ਨੂੰ ਵੀ ਆਪਣਾ ਇੱਕ ਪਵਿੱਤਰ ਧਾਰਮਿਕ ਗ੍ਰੰਥ ਮਿਲ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਹਨਾਂ ਨੇ ਬਾਅਦ ਵਿੱਚ ਇਸ ਨੂੰ ਹੀ ਗੁਰੂ ਮੰਨਣ ਦਾ ਹੁਕਮ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਗੁਰਬਾਣੀ ਦੀ ਪੱਕੀ ਤਰ੍ਹਾਂ ਆਉਣ ਵਾਲੀ ਪੀੜ੍ਹੀਆਂ ਦੇ ਲਈ ਸੁਰੱਖਿਅਤ ਹੋ ਗਈ। ਹੁਣ ਕਿਸੇ ਹੋਰ ਦੀ ਬਾਣੀ ਨੂੰ ਗੁਰਬਾਣੀ ਦਾ ਰੂਪ ਦੇ ਕੇ ਕੋਈ ਪਖੰਡੀ ਗੁਰੂ ਜਾਂ ਸੰਤ ਸਿੱਖਾਂ ਨੂੰ ਧੋਖਾ ਨਹੀਂ ਦੇ ਸਕਦਾ। ਇਹ ਮਹਾਨ ਗ੍ਰੰਥ ਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਜੋ ਸ਼ਰਧਾ ਪੈਦਾ ਹੋਈ ਹੈ, ਉਹ ਸਿੱਖ ਪੰਥ ਵਿੱਚ ਏਕਤਾ ਸਥਾਪਿਤ ਕਰਨ ਦੇ ਲਈ ਬਹੁਤ ਹੀ ਸਹਾਇਕ ਸਿੱਧ ਹੋਈ। ਅਗਲਾ ਜੋ ਇਸ ਦੇ ਨਾਲ ਗੁਰੂ ਅਰਜਨ ਦੇਵ ਜੀ ਦਾ
ਸਿੱਖ ਧਰਮ ਦੇ ਲਈ ਵਿਕਾਸ ਅਤੇ ਯੋਗਦਾਨ ਦੂਜਾ ਪਾਰਟ ਨਾਲ ਹੀ ਮੈਂ ਸ਼ੇਅਰ ਕਰਾਂਗੀ।